सतनाम वाहिगुरु साहिब जियो। तैंडी बंदश मैं कोई ना डिठा, तू नानक मन पाना। कोल कुम्हाई तिस मित्र विचोले, जै मिल कंत पछाना। सतनाम वाहिगुरु साहिब जियो। राग सूही महला चौथा अष्टपदियाँ। कर दसवां एक ओंकार सतगुर प्रसाद। अंदर सच्चा नेह लाया प्रीतम आपने, तन मन होए निहाल जां गुर देखा सामने। अंदर सच्चा ने लाया प्रीतम आपने, तन मन होए निहाल जां गुर देखा सामने। मैं हर हर नाम विसाह, गुरपूरे ते पाया। अमृत अगम अथाह रहा, ज्यों मछली विण पाणीऐ रह न कितै उपाए। त्यों हर बिन संत न जीवही, बिन हर नामै मर जाए। मैं सतगुर सेती पिरहड़ी, क्यों गुर बिन जीवा माओ। मैं गुरबाणी आधार है, गुरबाणी लाग रहा हूँ। हर हर नाम रतन है, गुर तुठा देवै माए। मैं तर सच्चे नाम की, हर नाम रहा लिव लाए। गुर ज्ञान पदार्थ नाम है, हर नामों दे दिरड़ाए। जिस पर आपत सोल है, गुर चरणी लागै आए। अकथ कहानी प्रेम की, को प्रीतम आखै आहे। तिस देवा मन अपना, निव निव लागा पाए। अकथ कहानी प्रेम की, को प्रीतम आखै आहे। तिस देवा मन अपना, निव निव लागा पाए। सज्जन मेरा एक तू, करता पुरख सुजान। सतगुर मीत मिलाया, मैं सदा सदा तेरा ताण। सतगुर मेरा सदा सदा, ना आवे ना जाए। ओ अविनाशी पुरख है, सब मैं रहा समाए। हर राम नाम धन संचया, साबत पूंजी रास। नानक दरगह मन्निया, गुरपूरे शाबास। राम नाम धन संचया, साबत पूंजी रास। नानक दरगह मन्निया, गुरपूरे शाबास। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी, गुरु पातशाह जी दी अजीम अपार बख्शिश। टल दी शाम संध्या समय असी गुरु हजूर हाजिर हो पाए हाँ। वडभागी हाँ
ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਸੂਹੀ ਰਾਗ ਦੇ ਅਸ਼ਟਪਦੇ ਵਿਚਾਰੇ ਜਾ ਰਹੇ ਨੇ। ਗੁਰੂ ਰਾਮਦਾਸ ਪਾਤਸ਼ਾਹ ਦੁਆਰਾ ਉਚਰਿਤ ਕੀਤੀ ਗਈ ਪਾਵਨ ਬਾਣੀ ਹੈ। ਲਮੇਰਾ ਸ਼ਬਦ ਹੈ, ਇਹਦੇ 14 ਬੰਦ ਨੇ। ਅਸੀਂ ਬਣਦੇ ਸਮੇਂ ਮੁਤਾਬਕ ਜਿੰਨੇ ਜਿੰਨੇ ਪਦੇ ਵਿਚਾਰੇ ਜਾ ਸਕਦੇ ਨੇ ਵਿਚਾਰ ਰਹੇ ਹਾਂ। ਅਜੇ ਤੱਕ ਇਸ ਪਾਵਨ ਸ਼ਬਦ ਵਿੱਚੋਂ ਅਸੀਂ 6 ਬੰਦ ਵਿਚਾਰੇ ਨੇ। ਅੱਜ ਤੋਂ 7 ਨੰਬਰ ਪਦੇ ਦੀ ਵਿਚਾਰ ਦਾ ਆਗਾਜ਼ ਕਰਾਂਗੇ। ਪਰ ਸਭ ਤੋਂ ਪਹਿਲਾਂ ਮੁੱਖ ਸੁਨੇਹੇ ਦਾ ਬੰਦ ਰਹਾਉ ਦਾ ਪਦਾ, ਉਹਦੇ ਤੇ ਇੱਕ ਸਰਸਰੀ ਨਜ਼ਰ। ਗੁਰਦੇਵ ਜ਼ਿਕਰ ਕਰ ਰਹੇ ਨੇ, ਮੈਂ ਹਰ ਹਰ ਨਾਮ ਵਿਸਾਹ ਗੁਰਪੂਰੇ ਤੇ ਪਾਇਆ ਅੰਮ੍ਰਿਤ ਆਗਮ ਅਥਾਹ ਰਹਾਉ। ਮੈਂ ਹਰ ਹਰ ਨਾਮ ਵਿਸਾਹ, ਬੜੀ ਡੀਪ ਤੇ ਡਿਟੇਲਡ ਗੱਲ ਹੋਈ ਇਹਦੇ ਉੱਤੇ। ਵਿਸਾਹ ਦਾ ਮਤਲਬ ਕੁਝ ਸ਼ਬਦਕਾਰਾਂ ਨੇ, ਟੀਕੇਕਾਰਾਂ ਨੇ ਪੂੰਜੀ ਕਿਹਾ ਆ, ਕੁਝ ਨੇ ਰੋਕੜ ਕਿਹਾ ਆ, ਕੁਝ ਨੇ ਜਸਟ ਐਨੀ ਕਾਈਂਡ ਆਫ ਕੈਪੀਟਲ ਐਸੈਟਸ। ਪਰ ਵਿਸਾਹ ਦਾ ਅਸਲ ਮਾਇਨਾ ਮਨੁੱਖ ਦੇ ਅੰਦਰ ਦੇ ਮਨ ਮੰਡਲ ਦੇ ਵਿੱਚ ਜਿਹੜਾ ਇਹਦਾ ਹੌਸਲਾ ਆ, ਜਿਹੜੀ ਇਹਦੀ ਆਤਮ ਵਿਸ਼ਵਸਨੀਅਤਾ ਆ, ਉਹ ਆ। ਤੇ ਇਹਦੇ ਲਈ ਜਦੋਂ ਮਾਲਕ ਤੇ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ, ਜਿਹੜੀ ਜੀਵਨ ਦਹਿੰਦ ਸ਼ਕਤੀ ਹੈ ਜਿਹਨੇ ਸਾਨੂੰ ਇਹ ਜੀਵਨ ਦਿੱਤਾ ਆ, ਜਿੰਨਾ ਬੰਦਾ ਉਹਦੇ ਤੇ ਉਹਦੇ ਕਲੋਜ਼ ਹੋਏਗਾ, ਉਹਦੇ ਬਾਰੇ ਵਿਸ਼ਵਾਸ ਨਾਲ ਭਰਿਆ ਹੋਏਗਾ, ਉਤਨਾ ਹੀ ਉਹਦੇ 'ਚ ਆਤਮ ਵਿਸ਼ਵਾਸ ਹੋਏਗਾ। ਲਿਟਰਲੀ ਤੌਰ ਤੇ ਅਸੀਂ ਬਾਣੀ ਦੇ ਸ਼ਬਦ ਪੜ੍ਹਦੇ ਹਾਂ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ। ਮੋਛੰਦਗੀ ਹੁੰਦੀ ਹੈ ਸਲੇਵਰੀ, ਗੁਲਾਮੀ। ਮਤਲਬ ਕਿਸੇ ਦੇ ਸਾਹਮਣੇ ਲਿਫ ਜਾਣਾ, ਝੁਕ ਜਾਣਾ, ਡਰ ਜਾਣਾ, ਪੈ ਖਾਣਾ। ਤੇ ਜਦੋਂ ਬੰਦਾ ਇਹ ਕਹੇ ਕਿ ਕਰਤਾਰ ਮੇਰੇ ਵੱਲ ਆ, ਮੇਰੀ ਉਹਦੇ ਨਾਲ ਐਸੋਸੀਏਸ਼ਨ ਆ, ਡਰਨਾ ਕਿਉਂ ਹੈ? ਜਿਹਨੂੰ ਬਾਣੀ ਨੇ ਕਿਹਾ ਵੀ ਡਰੀਏ ਜੇ ਡਰ ਹੋਵੇ ਹੋਰ, ਡਰੋ ਜੇ ਕੁਝ ਹੋ ਰਿਹਾ, ਉਹ ਆਪ ਹੀ ਤੇ ਕਰਨ ਕਰਾਉਣ ਵਾਲਾ, ਡਰਨਾ ਕਿਹਦੇ ਤੋਂ ਆ? ਇਸ ਕਰਕੇ ਨਿਡਰ, ਨਿਰਭੈਤਾ, ਇਹ ਸਭ ਬਾਤਾਂ ਆਤਮ ਵਿਸ਼ਵਾਸ ਦੀਆਂ ਨੇ। ਗੁਰੂ ਸਾਹਿਬ ਕਹਿੰਦੇ ਮੈਨੂੰ ਨਾਮ ਵਿੱਚੋਂ ਇਹ ਸਭ ਸੌਗਾਤ ਮਿਲੀ ਹੈ। ਨਾਮ ਹੀ ਮੇਰੇ ਲਈ ਵਿਸਾਹ ਹੈ, ਨਾਮ ਹੀ ਪੂੰਜੀ ਹੈ। ਇਸ ਕਿਸਮ ਦੇ ਸ਼ਬਦ ਨੇ। ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹ। ਇਹ ਪੂਰੇ ਗੁਰੂ ਨੇ ਤਰੁੱਠ ਕੇ ਆਤਮਿਕ ਜੀਵਨ ਦੀ ਸੋਝੀ ਦਿੱਤੀ ਹੈ, ਇਹ ਰਸ ਦਿੱਤਾ ਹੈ। ਬਾਕੀ ਇਹ ਹੈ, ਇਫ ਐਨੀਬਡੀ ਆਸਕ ਕੈਨ ਯੂ explain it, can you rationalize it, can you give some kind of, ਜਿਹਨੂੰ ਅਸੀਂ ਕਹਿੰਦੇ ਹਾਂ ਤਰਕ ਦਲੀਲਾਂ ਨਾਲ ਇਹਨੂੰ ਸਾਬਤ ਕਰ ਸਭ ਚੀਜ਼ਾਂ। ਬਾਬਾ ਜੀ ਕਹਿੰਦੇ ਅਗੰਮ ਆ। ਇਹ ਗੱਲਾਂ ਸਿਰਫ ਇਹ ਨਹੀਂ ਕਿ ਸਿਰਫ ਤੁਸੀਂ you can only talk on it and then you can explain it. It's kind of behavior, you have to adopt it, you have to live in it, then you can experience. ਫਿਰ ਇਹ ਹੈ ਅਗਾਧ ਵੀ ਹੈ, ਬੁੱਧੀ ਤੋਂ ਵੀ ਪਰੇ ਹੈ। ਇਹ ਜਿਹੜਾ ਸਰੂਪ ਵਿੱਚ ਬਾਤ ਕੀਤੀ ਅਗੰਮ ਹੈ, ਅਥਾਹ ਹੈ। ਰਹਾਉ ਦਾ ਬੰਦ ਇਹ ਹੈ। ਜਿਸ ਪਦੇ ਤੋਂ ਅੱਜ ਅਸੀਂ ਵਿਚਾਰ ਅੱਗੇ ਲੈ ਕੇ ਜਾ ਰਹੇ ਹਾਂ, ਗੁਰਦੇਵ ਕਹਿ ਰਹੇ ਨੇ, ਜਿਉਂ ਮਛਲੀ ਵਿਣ ਪਾਣੀ ਹੈ, ਰਹੇ ਨਾ ਕਿਤੇ ਉਪਾਏ। ਹਾਲਾਂਕਿ ਪਹਿਲੇ ਬਾਤ 'ਚ ਕੀਤੀ ਬਲੀਵ ਕਰਨਾ, ਵਿਸ਼ਵਾਸ ਕਰਨਾ ਉੱਥੇ ਆਉਂਦਾ ਆ, ਪਰ ਫਿਰ ਵੀ ਗੁਰੂ ਗ੍ਰੰਥ ਸਾਹਿਬ ਨੇ ਚੀਜ਼ਾਂ ਨੂੰ ਮਤਲਬ ਬੜੇ ਸੈਂਸੀਬਲ ਵੇ ਦੇ ਨਾਲ, ਕਿਉਂਕਿ ਬੰਦੇ ਦੀ ਜਿਹੜੀ ਸੁਰਤ ਆ, if anything not making sense is hard to believe. ਬੰਦਾ ਇਹ ਨੌਨਸੈਂਸ ਚੀਜ਼ਾਂ ਤੇ ਬਲੀਵ ਨਹੀਂ ਕਰਦਾ। ਧਰਮ ਦੀ ਦੁਨੀਆ ਦੇ ਵਿੱਚ ਯੂਰਪ ਵਿੱਚ ਜਿਵੇਂ ਜਿਵੇਂ ਸਾਇੰਸ ਵਧੀ, ਵਿਗਿਆਨ ਜਿਹਨੂੰ ਕਹਿੰਦੇ ਹਾਂ ਅਸੀਂ, ਇਹ ਵਧਿਆ, ਵਿਚਾਰਾਂ ਦਾ ਆਦਾਨ ਪ੍ਰਦਾਨ ਵਧਿਆ, ਹਰ ਚੀਜ਼ ਨੂੰ ਸਵਾਲੀਆ ਚਿੰਨ੍ਹ ਲਗਾ ਕੇ ਸਮਝਣ ਦੀ ਗੱਲ ਆਈ। ਤੇ ਜਿਹੜੇ ਧਰਮ ਦੀ ਆਸਥਾ ਦੇ ਵਿੱਚ ਭਾਵੇਂ ਉਹਨਾਂ ਦੀਆਂ ਰਾਈਟਿੰਗ ਸੀਗੀਆਂ ਤੇ ਭਾਵੇਂ ਉਹਨਾਂ ਦੇ ਬਣੇ ਹੋਏ ਪੁਰਾਣੇ ਸਮੇਂ ਤੋਂ ਬਲੀਵ, ਟ੍ਰੈਡੀਸ਼ਨਸ, ਕਸਟਮ ਸੀਗੇ, ਸਭ ਟੁੱਟ ਗਏ। ਜਿਵੇਂ ਬਾਬਾ ਕਬੀਰ ਜੀ ਦਾ ਸ਼ਬਦ ਪੜ੍ਹਦੇ ਨਾ ਵੀ ਦੇਖੋ ਭਾਈ ਗਿਆਨ ਕੀ ਆਈ ਆਂधी, ਸਭੈ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਧੀ। ਹਵਾ ਥੋੜੀ ਤੇਜ਼ ਚੱਲੇ, ਉਹਦੇ ਸਾਹਮਣੇ ਲੱਗੀਆਂ ਹੋਈਆਂ ਟਾਟੀਆਂ, ਪੜਦੇ ਜਿਹੜੇ ਨੇ ਉਹ ਕਿੱਥੇ ਉਹਦੇ ਉੱਡ ਜਾਂਦੇ ਨੇ। ਛੰਨਾਂ ਦੀਆਂ ਛੱਤਾਂ ਕਿੱਥੇ ਰਹਿੰਦੀਆਂ ਉੱਥੇ? ਉੱਥੇ ਤੇ ਸੋਲਿਡ। ਤੁਸੀਂ ਹੈਰੀਕੇਨਸ ਆਉਂਦੇ ਨੇ, ਜਦੋਂ ਕਿਤੇ ਟੋਰਨੈਡੋ ਹਿੱਟ ਕਰਦਾ, ਅਸੀਂ ਸਟੇਟਸ ਵਿੱਚ ਦੇਖਦੇ ਹੈਗੇ ਆ, ਵੱਡੀਆਂ ਵੱਡੀਆਂ ਇਮਾਰਤਾਂ, ਬਿਲਡਿੰਗਾਂ ਸਭ ਉਡਾ ਕੇ ਲੈ ਜਾਂਦੇ। ਜਦੋਂ ਗਿਆਨ ਦੀ ਹਨੇਰੀ ਆਵੇਗੀ, ਗਿਆਨ ਵਰਤੇਗਾ, ਉਦੋਂ ਤੇ ਮਤਲਬ ਉਸ ਲੈਵਲ ਤੇ ਹੈ ਕਿ ਜਿਹੜੀ ਚੀਜ਼ ਸੋਲਿਡ ਆ,
ਜਿਹੜੀ ਚੀਜ਼ ਸਾਬਤ ਆ ਉਹੀ ਟਿਕੇਗੀ, ਅਦਰਵਾਈਜ਼ ਦੂਜੀ ਨਹੀਂ ਟਿਕੇਗੀ। ਗੁਰੂ ਸਾਹਿਬ ਨੇ ਇਹਨਾਂ ਸਭ ਚੀਜ਼ਾਂ ਨੂੰ ਬੜੇ ਉਸ ਗਿਆਨ ਦੀ ਭੱਠੀ 'ਚ ਪਕਾ ਕੇ ਕੱਢਿਆ ਆ। ਗਿਆਨ ਐਕਚੁਅਲੀ ਹੈ ਹੀ ਇੱਕ ਐਸੀ ਚੀਜ਼ ਜਿਹਨੂੰ ਕਹਿ ਲਓ ਕਿ ਇਹਦੀ ਲੋ ਤਾਬ ਹੈ, ਇਹਨੂੰ ਤੇਜ਼ ਹਥਿਆਰ ਵੀ ਕਿਹਾ ਗਿਆ। ਅਹਰਨ ਮਤ ਵੇਦ ਹਥਿਆਰ, ਜਿਹੜੀ ਚੀਜ਼ ਤੇਜ਼ ਧਾਰ ਹਥਿਆਰ ਦੇ ਨਾਲ ਵੱਢੀ ਨਾ ਜਾਏ ਉਹ ਐਕਚੁਅਲੀ ਸਮਝੋ ਕਿ ਗਿਆਨ ਦੀ ਕਸਵੱਟੀ ਤੇ ਪੂਰੀ ਉਤਰਦੀ ਹੈ। ਜਦੋਂ ਤਰਕ ਦੀ ਗੱਲ ਵੀ ਆਏਗੀ, ਲੌਜਿਕ ਦੀ ਗੱਲ ਵੀ ਆਏਗੀ, ਸਮਥਿੰਗ ਵਿਚ ਕੈਨ ਮੇਕ ਸੈਂਸ, ਜਦੋਂ ਉਹਦੀ ਗੱਲ ਵੀ ਆਏਗੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਹਾਨੂੰ ਲਾਜਵਾਬ ਚੀਜ਼ਾਂ ਮਿਲਣਗੀਆਂ। You can actually right way agree on it. You cannot have any other opinion at all. Here Maharaj is saying in this line, ਸਭ ਕਹਿੰਦੇ ਜੋ ਮਛਲੀ ਵਿਨ ਪਾਣੀਆਂ ਰਹਿ ਨਾ ਕਿਤੇ ਉਪਾਏ। ਅੱਜ ਤੁਸੀਂ ਦੇਖੋ ਚੀਜ਼ਾਂ ਕਿਸ ਲੈਵਲ ਤੇ ਚੇਂਜ ਹੋ ਰਹੀਆਂ ਨੇ। ਕੱਲ ਤੱਕ ਜਿਹੜਾ ਫਾਸਿਲ ਫਿਊਲ ਸੀਗਾ, ਮਤਲਬ ਸਿੱਧੇ ਤੌਰ ਤੇ ਵੈਜੀਟੇਬਲ ਆਇਲ ਕਹਿ ਲਵੋ, ਜਿਵੇਂ ਤੇਲ ਆ ਜਿਹੜਾ ਸਰਸੋਂ ਦਾ, ਜਿਹੜਾ ਮਸਟਰਡ ਆਇਲ ਕਹਿੰਦੇ ਹਾਂ ਅਸੀਂ, ਤਿਲਾਂ ਦਾ, ਜਾਂ ਘਿਓ ਜਿਹੜਾ ਦੁੱਧ ਵਿੱਚੋਂ ਨਿਕਲਦਾ ਹੈ, ਦੀਵੇ ਇਹਦੇ ਨਾਲ ਬਲਦੇ ਸੀ। ਵਕਤ ਬਦਲਿਆ, ਮਿੱਟੀ ਦੇ ਤੇਲ ਦੇ ਨਾਲ। ਮਿੱਟੀ ਦਾ ਤੇਲ ਮਿੱਟੀ ਵਿੱਚੋਂ ਨਿਕਲਦਾ, ਜਿਹੜਾ ਜ਼ਮੀਨ ਵਿੱਚੋਂ, ਜਿਹਨੂੰ ਅਸੀਂ ਕਹਿ ਲਈਏ ਕੋਈ ਜਿਹੜਾ ਲਿਕੁਇਡ ਗੈਸ ਆ, ਮਤਲਬ ਇੱਕ ਤਰ੍ਹਾਂ ਦੀ ਉਸ ਤਰੀਕੇ ਦੇ ਨਾਲ ਉਹਦੇ ਨਾਲ ਬਣਨ ਲੱਗ ਗਏ। ਹੌਲੀ ਹੌਲੀ ਫੋਰਮ ਬਦਲੀ ਦੀਵੇ ਦੀ। ਦੀਵੇ ਦੀ ਫੋਰਮ ਕਿਵੇਂ ਬਦਲੀ? ਦੀਵੇ ਦੀ ਫੋਰਮ ਬਦਲੀ ਕਿ ਦੀਵਾ ਬਲਬ ਵਿੱਚ ਚੇਂਜ ਹੋ ਗਿਆ, ਅਤੇ ਉਹਦੇ ਲਈ ਹੁਣ ਡਾਇਰੈਕਟਲੀ ਮਿੱਟੀ ਦਾ ਤੇਲ ਵੀ ਬਾਲਣ ਦੀ ਲੋੜ ਨਹੀਂ, ਕੋਲਾ ਬਲਣ ਲੱਗ ਗਿਆ। ਇੱਕ ਜਗ੍ਹਾ 'ਤੇ ਕੋਲਾ ਬਲਦਾ ਹੈ, ਸਟੀਮ ਵਾਲੀ ਜਿਹੜੀਆਂ ਟਰਬਾਈਨਸ ਚੱਲਦੀਆਂ ਨੇ, ਅਤੇ ਇਲੈਕਟ੍ਰੀਸਿਟੀ ਪ੍ਰੋਡਿਊਸ ਹੋ ਕੇ ਅਤੇ ਲਾਈਟਾਂ ਜਗਦੀਆਂ ਨੇ। ਵਕਤ ਆਪਣੀ ਜਾਚੇ ਬਦਲਿਆ। ਬਦਲਣ ਦੇ ਵਿੱਚ ਇਹ ਆਇਆ ਕਿ ਜਿਹਨੂੰ ਕਿਹਾ ਗਿਆ ਕਲੀਨ ਐਨਰਜੀ, ਟਰਬਾਈਨਸ ਹਵਾ ਨਾਲ ਚੱਲਣ ਲੱਗ ਗਈਆਂ। ਉਹਨਾਂ ਟਰਬਾਈਨਸ ਦੇ ਨਾਲ ਬਿਜਲੀ, ਇਲੈਕਟ੍ਰੀਸਿਟੀ ਪ੍ਰੋਡਿਊਸ ਹੁੰਦੀ। ਮਤਲਬ ਜੇ ਬੰਦਾ ਕੱਲ੍ਹ ਤੱਕ ਇਹ ਕਹੇ ਵੀ ਤੇਲ ਤੋਂ ਬਿਨਾਂ ਦੀਵਾ ਨਹੀਂ ਬਲ ਸਕਦਾ, ਹਕੀਕਤ ਇਹ ਹੈ ਤੇਲ ਦੇ ਰੂਪ ਵੱਟ ਗਏ, ਬਦਲਦੇ ਲੱਗੇ ਗਏ। ਅਤੇ ਇੱਕ ਲੈਵਲ ਐਸਾ ਵੀ ਆਇਆ, ਅੱਜ ਸਾਡੇ ਇੱਥੇ ਹਾਈਡਰੋਜਨ ਦੀ ਗੱਲ ਹੋ ਰਹੀ ਵੱਡੇ ਲੈਵਲ 'ਤੇ, ਬਿਨਾਂ CO2 ਪ੍ਰੋਡਿਊਸ ਕਰਨ ਤੋਂ ਬਿਨਾਂ ਇਲੈਕਟ੍ਰੀਸਿਟੀ ਜਾਂ ਐਨਰਜੀ ਪ੍ਰੋਡਿਊਸ ਕਰਨੀ। ਆਹੀ ਬੀਤੇ 2 ਦਿਨ ਹੀ ਬੜੀ ਚਰਚਾ ਸੀ ਇਹਦੇ ਉੱਤੇ। ਸੋ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਕਿ ਵਕਤ ਦੇ ਨਾਲ ਰਿਪਲੇਸਮੈਂਟ ਹੋ ਰਹੀ ਹੈ ਚੀਜ਼ਾਂ ਦੀ। ਬਟ ਦੇਰ ਆਰ ਫਿਊ ਏਰੀਆਜ਼ ਵੇਅਰ ਵੀ ਕੈਨ ਨੋਟ ਸੀ ਐਨੀ ਰਿਪਲੇਸਮੈਂਟ। ਜਿਵੇਂ ਜਿਹੜੀ ਆਹ ਮਿਸਾਲ ਗੁਰੂ ਸਾਹਿਬ ਨੇ ਦਿੱਤੀ ਹੈ, ਜਿਉਂ ਮਛਲੀ ਵਿਣ ਪਾਣੀ ਰਹਿ ਨਾ ਕਿਤੇ ਉਪਾਏ। ਮੱਛੀ ਜਿਹੜੀ ਹੈ ਉਸ ਦਾ ਤੁਸੀਂ ਦੇਖੋ ਜੀਵਨ ਕੀ ਹੈ। ਜਿਉਂ ਮਛਲੀ ਵਿਣ ਪਾਣੀ ਹੈ ਕੈਸੇ ਜੀਵਨ ਪਾਏ। ਗੁਰੂ ਸਾਹਿਬ ਕਿਤੇ ਬਾਣੀ 'ਚ ਐਵੇਂ ਲਿਖਦੇ, ਉਹਦਾ ਪਾਣੀ ਬਿਨਾਂ ਜੀਵਨ ਕਿਵੇਂ ਪ੍ਰਾਪਤ ਕਰੇਗੀ। ਭਾਈ ਗੁਰਦਾਸ ਜੀ ਕਹਿੰਦੇ ਕਿ ਜਿਹੜਾ ਹੈਗਾ ਮਨ ਬਚ ਕਰਮ ਜਲ ਮੀਨ ਲਿਵ ਲੀਨ ਗਤ। ਮਨ ਕਰਕੇ, ਬਚਨ ਕਰਕੇ, ਕਰਮ ਕਰਕੇ। ਮੱਛੀ ਤੇ ਪਾਣੀ ਇੱਕੋ ਹੀ ਚੀਜ਼ ਹੈ ਮੱਛੀ ਵਾਲੀ ਸਾਈਡ ਤੋਂ। ਜੇ ਤੁਸੀਂ ਸਪੋਜ਼ ਤੁਸੀਂ ਕਈ ਵਾਰੀ ਦੇਖਿਆ ਹੋਏਗਾ, ਸਾਡੇ ਇੱਥੇ ਸ਼ਾਇਦ ਅਲਬਰਟਾ ਦੇ ਵਿੱਚ ਇੱਕੋ ਸਟੇਟ ਆ ਜਿੱਥੇ ਐਨੀਮਲ ਹੰਟ ਕਰਨ ਵਾਸਤੇ ਉਹ ਲਾਇਸੈਂਸ ਦਿੰਦੇ ਨੇ, ਅਤੇ ਯੂ ਕੈਨ ਹੰਟ ਵਾਈਲਡ ਐਨੀਮਲਸ। ਦੂਜਿਆਂ 'ਤੇ ਸ਼ਾਇਦ ਸਾਰਿਆਂ ਨੇ ਬੰਦ ਕਰਦੇ, ਕੁਝ ਸਟੇਟਸ ਵਿੱਚ ਹੈ 1-2 ਜਗ੍ਹਾ 'ਤੇ। ਅਤੇ ਉਹਦੇ 'ਚ ਇਹ ਹੁੰਦਾ ਕਿ ਸਪੋਜ਼ ਕਰੋ ਜਦੋਂ ਗਨਸ ਵਗੈਰਾ ਲੈ ਕੇ ਹੰਟਿੰਗ ਵਾਸਤੇ ਲਾਇਸੈਂਸ ਲੈ ਕੇ ਜਾਂਦੇ ਨੇ, ਅਤੇ ਕੋਈ ਪੁੱਛਦਾ ਹੈ ਵੀ ਵੇਅਰ ਆਰ ਯੂ ਗਾਇਜ਼ ਗੋਇੰਗ? ਓ ਟੂ ਹੰਟ ਸਮ ਐਨੀਮਲਸ। ਜੇ ਪੰਜਾਬੀ 'ਚ ਕਹਾਂਗੇ ਤੇ ਕਹਾਂਗੇ ਉਹ ਕੁਝ ਜਾਨਵਰ ਮਾਰਨ ਚੱਲੇ ਆ, ਕੁਝ ਜਾਨਵਰ ਮਾਰਾਂਗੇ, ਜਾਨਵਰ ਮਾਰ ਕੇ ਲਿਆਵਾਂਗੇ, ਸੋ ਇਸ ਵਾਸਤੇ ਜਾ ਰਹੇ ਹਾਂ। ਠੀਕ ਹੈ ਜੀ। ਲੋਕੀ ਫਿਸ਼ਿੰਗ ਵੀ ਕਰਦੇ ਨੇ। ਤੁਸੀਂ ਕਦੀ ਕੋਈ ਸੋਚਿਆ ਹੋਏ ਜਾਂ ਦੇਖਿਆ ਹੋਏ ਕੋਈ ਬੰਦਾ ਜਿਹੜਾ ਇਹ ਕਹਿ ਰਿਹਾ ਹੋਏ ਕਿੱਥੇ ਜਾ ਰਿਹਾ? ਉਹ ਮੈਂ ਮੱਛੀਆਂ ਮਾਰਨ ਚੱਲਾ ਵਾਂ। What they say? I'm going to catch some fish. ਮਤਲਬ ਮੈਂ ਕੁਝ ਮੱਛੀਆਂ ਫੜਨ ਚੱਲਾ ਆ, ਮਾਰਨ ਨਹੀਂ। ਰੀਜ਼ਨ ਇਹ ਮੱਛੀ ਨੂੰ ਮਾਰਨ ਦੀ ਲੋੜ ਹੀ ਨਹੀਂ। ਦੂਜੇ ਹਰ ਇੱਕ ਜਾਨਵਰ ਨੂੰ ਮਾਰਨ ਵਾਸਤੇ ਉਹਨੂੰ ਗੋਲੀ ਮਾਰੋਗੇ, ਉਹਦਾ ਗਲ ਵੱਢੋਗੇ, ਹੋਰ ਕੁਝ ਨਹੀਂ। ਉਹਦੀ ਐਟਲੀਸਟ ਉਹਦਾ ਗਲ ਸਾਹ ਬੰਦ ਕਰੋ, ਕੁਛ ਨਾ ਕੁਛ ਤੇ ਕਰੋਗੇ ਨਾ, ਟੂ ਕਿਲ ਐਨੀ ਕਾਈਂਡ ਆਫ ਕ੍ਰੀਚਰ। ਪਰ ਜੇ ਮੱਛੀ ਨੂੰ ਮਾਰਨਾ ਤੇ
ਲੋੜ ਹੀ ਨਹੀਂ, ਨਾ ਗਨ ਦੀ ਲੋੜ ਹੈ, ਨਾ ਨਾਈਫ ਦੀ ਲੋੜ ਹੈ, ਨਾ ਕੁਛ ਹੋਰ ਹਥਿਆਰ ਦੀ ਲੋੜ ਹੈ। ਮੱਛੀ ਨੂੰ ਮਾਰਨ ਦਾ ਇੱਕੋ ਹੀ ਬੜਾ ਸਿੰਪਲ ਜਿਹਾ ਤਰੀਕਾ ਹੈ, ਪਾਣੀ ਤੋਂ ਜੁਦਾ ਕਰ ਦਿਓ ਉਹਨੂੰ, ਦੈਟਸ ਇਟ। ਆਪਣੇ ਆਪ ਸ਼ੀ ਵਿਲ ਡਾਈ ਔਰ ਹੀ ਵਿਲ ਡਾਈ ਇਟਸੈਲਫ, ਆਪਣੇ ਆਪ ਉਹ ਜਿਹੜਾ ਹੈਗਾ ਉਹ ਮਰ ਜਾਏਗੀ। ਉਹਨੂੰ ਕੋਈ ਕਿਸੇ ਕਿਸਮ ਦੇ ਨਾਲ ਬਾਹਰੋਂ ਇੰਟਰਵੀਨ ਕਰਕੇ ਮਾਰਨ ਦੀ ਲੋੜ ਨਹੀਂ ਹੈ। ਹੁਣ ਆਹ ਜਿਹੜੀ ਮਿਸਾਲ ਦਿੱਤੀ ਹੈ ਗੁਰੂ ਬਾਬਾ ਜੀ ਨੇ, ਇਸ ਰੂਪ ਵਿੱਚ ਦਿੱਤੀ ਹੈ ਕਿ ਮੱਛੀ ਨੂੰ ਜਿਉਂਦੇ ਰਹਿਣ ਵਾਸਤੇ ਪਾਣੀ ਚਾਹੀਦਾ ਹੈ। ਮੱਛੀ ਪਾਣੀ ਤੋਂ ਬਿਨਾਂ ਬਚ ਨਹੀਂ ਸਕਦੀ ਕਿਸੇ ਤਰੀਕੇ ਨਾਲ ਵੀ। ਇੱਕ ਭਾਰਤੀ ਲਿਟਰੇਚਰ 'ਚ ਕਹਾਣੀ ਪੜ੍ਹੀ ਜਾਂਦੀ ਹੈ ਅਤੇ ਬੜੀ ਬਿਲਾਸਪੁਰ ਰੂਪ ਸੁਣਾਈ ਜਾਂਦੀ ਵੀ ਮੱਛੀਆਂ ਦਾ ਨਾ ਛੋਟੇ ਛੋਟੇ ਜਿਹੜੇ ਉਹਨਾਂ ਦੇ ਬੱਚੇ ਨੇ, ਜਿਹਨੂੰ ਪੰਜਾਬੀ 'ਚ ਅਸੀਂ ਪੂੰਗ ਕਹਿੰਦੇ ਹਾਂ, ਅਤੇ ਉਹ ਆਪਸ ਵਿੱਚ ਪਾਣੀ 'ਚ ਤਾਰੀਆਂ ਲਗਾ ਰਹੇ ਨੇ ਤੇ ਗੱਲਾਂ ਕਰ ਰਹੇ ਨੇ। ਅਤੇ ਗੱਲਾਂ ਕੀ ਕਰ ਰਹੇ ਨੇ, ਉਹ ਛੋਟੇ ਛੋਟੇ ਬੱਚੇ ਮੱਛੀਆਂ ਦੇ ਪੂੰਗ ਜਿਹੜੇ ਨੇ ਉਹ ਹੀ ਕਹਿ ਰਹੇ ਨੇ ਕਿ ਤੈਨੂੰ ਪਤਾ ਆ ਸਾਡਾ ਮੱਛੀਆਂ ਦਾ ਜੀਵਨ ਪਾਣੀ ਹੈ। ਅਤੇ ਦੂਸਰਾ ਉਹਦਾ ਫਰੈਂਡ ਉਹਨੂੰ ਕਹਿ ਰਿਹਾ, ਉਹ ਆਈ ਹੈਵ ਹਰਡ ਸੋ ਮੈਨੀ ਟਾਈਮ, ਮੈਂ ਵੀ ਸੁਣਿਆ ਕਈ ਵਾਰੀ, ਬਟ ਕਮਾਲ ਇਹ ਆ ਆਪਾਂ ਪਾਣੀ ਵੇਖਿਆ ਹੀ ਨਹੀਂ ਕਦੇ, ਪਾਣੀ ਹੁੰਦਾ ਕਿਵੇਂ ਦਾ। ਨਾਲੇ ਉਹ ਉਹਦੇ 'ਚ ਸਵਿਮ ਕਰ ਰਹੀਆਂ ਨੇ, ਤਰ ਰਹੀਆਂ ਨੇ, ਨਾਲੇ ਇੱਕ ਦੂਜੇ ਨਾਲ ਗੱਲਾਂ ਕਰ ਰਹੀਆਂ ਨੇ। ਅਤੇ ਇਸ ਕਿਸਮ ਨਾਲ ਕਹਿੰਦੇ ਲੈ ਸਾਨੂੰ ਸਭ ਤੋਂ ਪਹਿਲਾਂ ਪਾਣੀ ਦਾ ਪਤਾ ਕਰਨਾ ਚਾਹੀਦਾ, ਪਾਣੀ ਕਿਹੋ ਜਿਹਾ ਹੁੰਦਾ। ਐਸਾ ਨਾ ਹੋਏ ਸਾਨੂੰ ਪਤਾ ਹੀ ਨਾ ਹੋਏ ਪਾਣੀ ਕੀ ਹੈ। ਜਦੋਂ ਸਾਰੀਆਂ ਗੱਲਾਂ ਹੋ ਰਹੀਆਂ ਨੇ, ਇੱਕ ਬੁੱਢੀ ਮੱਛੀ ਜਿਹੜੀ ਉਹ ਸੁਣ ਰਹੀ ਹੈ ਸਾਰੀਆਂ ਗੱਲਾਂ, ਤੋਂ ਪਿੱਛੋਂ ਆਵਾਜ਼ ਦੇ ਕਹਿੰਦੀ ਮੇਰੇ ਬੱਚਿਓ ਤੁਸੀਂ ਕਿੰਨੇ ਅਭੋਲ ਹੋ, ਜੇ ਪਾਣੀ ਨਾ ਹੁੰਦਾ ਤੁਸੀਂ ਵੀ ਨਹੀਂ ਸੀ ਹੋਣਾ। ਐਕਚੁਅਲੀ ਤੁਸੀਂ ਹੈਗੇ ਹੋ ਕਿਉਂਕਿ ਪਾਣੀ ਹੈਗਾ ਆ। ਪਾਣੀ ਤੇ ਮੱਛੀ ਇੱਕ ਦੂਸਰੇ ਦੇ ਸਿਨੋਨਿਮ ਪੂਰਕ ਨੇ, ਇਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਗੁਰੂ ਸਾਹਿਬ ਕਹਿੰਦੇ ਜੇ ਮੱਛੀ ਨੂੰ ਬਚਾਉਣਾ ਆ, ਪਾਣੀ ਤੋਂ ਬਿਨਾਂ ਕੋਈ ਹੋਰ ਤਰੀਕਾ ਨਹੀਂ ਹੈਗਾ। ਮੈਂ ਐਗਜ਼ਾਮਪਲ ਕਰ ਰਿਹਾ ਸੀਗਾ, ਦੀਵਾ ਬਾਲਣਾ ਆ, ਤੁਸੀਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ, ਤੁਸੀਂ ਮਿੱਟੀ ਦਾ ਤੇਲ ਵੀ ਲਿਆ ਸਕਦੇ ਹੋ, ਤੁਸੀਂ ਕੋਲੇ ਨਾਲ ਵੀ ਬਾਲ ਸਕਦੇ ਹੋ, ਤੁਸੀਂ ਈਵਨ ਬਿਨਾਂ ਤੇਲ ਤੋਂ ਵੀ ਕੁਝ ਹੋਰ ਜਿਹੜਾ ਤਰੀਕੇ ਨਾਲ ਬਾਲ ਸਕਦੇ ਹੋ। ਪਰ ਜੇਕਰ ਤੁਸੀਂ ਮੱਛੀ ਨੂੰ ਜਿਉਂਦਾ ਰੱਖਣਾ ਆ, ਉਹਦੇ ਲਈ ਕੋਈ ਹੋਰ ਐਕਸੈਪਸ਼ਨਲ ਚੀਜ਼ ਨਹੀਂ ਹੈ ਐਕਸੈਪਟ ਪਾਣੀ। ਹੁਣ ਤੁਸੀਂ ਕਹੋਗੇ ਭਾਈ ਸਾਹਿਬ ਇਹਦਾ ਗੱਲ ਦਾ ਮਤਲਬ ਕੀ ਹੈ। ਈਵਨ ਟੁਡੇ ਆਈ ਵਾਜ਼ ਲਿਸਨਿੰਗ ਪ੍ਰੋਗਰਾਮ ਐਟ CBC ਰੇਡੀਓ ਐਂਡ ਦੇ ਵਰ ਟਾਕਿੰਗ ਅਬਾਊਟ ਕੰਸਨਟ੍ਰੇਸ਼ਨ। ਇੱਕ ਬੜੇ ਜਿਹੜਾ ਹੈਗਾ ਸਕਾਲਰ ਬੰਦੇ ਨੇ, ਸ਼ਾਇਦ ਉਹ ਡੈਨਿਸ਼ ਸੀਗਾ ਕੋ ਰਾਈਟਰ, ਅਤੇ ਉਹਨੇ ਕਿਤਾਬ ਹੀ ਲਿਖੀ ਹੈ, ਉਹਦਾ ਨਾਂ ਹੀ ਉਹਨੇ ਕੰਸਨਟ੍ਰੇਸ਼ਨ ਲਿਖਿਆ। ਤੋ ਕੰਸਨਟ੍ਰੇਸ਼ਨ 'ਤੇ ਗੱਲ ਹੋ ਰਹੀ ਹੈ ਅਤੇ ਪਤਾ ਲੱਗ ਰਿਹਾ ਵੀ ਕੰਸਨਟ੍ਰੇਸ਼ਨ ਘੱਟ ਰਹੀ ਹੈ ਡੇ ਬਾਈ ਡੇ। ਲੋਕਾਂ ਦੇ ਵਿੱਚ ਜਿਹੜੀ ਕੰਸਨਟ੍ਰੇਟ ਕਰਨ ਦੀ ਐਬਿਲਿਟੀ ਹੈ ਘੱਟ ਰਹੀ ਹੈ। ਇਹਦੇ ਬਾਰੇ ਬੜੀ ਡੀਪ ਸਟੱਡੀਜ਼ ਕਰਕੇ ਉਹ ਬੁੱਕ ਲਿਆਂਦੀ, ਸਕਾਲਰ ਬੰਦਾ। ਉਹਨੇ ਬਿਆਨ ਕੀਤਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜੀ ਰਾਏ ਹੈ ਕਿ ਬੰਦੇ ਦੀ ਕੰਸਨਟ੍ਰੇਸ਼ਨ ਐਬਿਲਿਟੀ ਘੱਟ ਰਹੀ ਹੈ, ਦੈਟ ਇਜ਼ ਫਾਲਸ, ਦੈਟ ਇਜ਼ ਅ ਫਾਲਸ ਸਟੇਟਮੈਂਟ, ਦਿਸ ਇਜ਼ ਨੋਟ ਏ ਰਾਈਟ। ਕੋਈ ਡਾਟਾ, ਕੋਈ ਸਾਡੇ ਕੋਲ ਸਟੱਡੀ ਨਹੀਂ ਹੈ, ਬਲਕਿ ਪਤਾ ਇਹ ਲੱਗ ਰਿਹਾ ਕਿ ਬੰਦੇ ਦਾ ਜਿਹੜਾ ਬ੍ਰੇਨ ਵਾਲੀ ਸਾਈਡਸ ਤੋਂ, ਕੋਗਨੀਸ਼ਨ ਫੰਕਸ਼ਨਿੰਗ ਵਾਲੀ ਸਾਈਡ ਤੋਂ ਇਹਦੀ ਕੰਸਨਟ੍ਰੇਸ਼ਨ ਜਿਹੜੀ ਵੱਧ ਰਹੀ ਹੈ। ਇਹ ਸਾਡੇ ਕੋਲ ਥੋੜ੍ਹਾ ਬਹੁਤਾ ਡਾਟਾ ਜ਼ਰੂਰ ਹੈਗਾ ਹੈ, ਪਰ ਲੋਕੀ ਅਕਸਰ ਐਗਜ਼ਾਮਪਲ ਕਰਦੇ ਵੀ ਇਹ ਕਿੱਦਾਂ ਹੋ ਸਕਦਾ। ਐਕਚੁਅਲੀ ਸਾਡੀ ਕੰਸਨਟ੍ਰੇਸ਼ਨ ਨੂੰ ਡਿਸਟਰਬ ਕਰਨ ਵਾਸਤੇ, ਡਿਸਟਰੈਕਟ ਕਰਨ ਵਾਸਤੇ ਜਿਹੜਾ ਬਾਹਰਲਾ ਐਨਵਾਇਰਮੈਂਟ ਆ ਇਹ ਖਰਾਬ ਹੋ ਗਿਆ। ਦੈਟ ਇਜ਼ ਐਕਚੁਅਲੀ ਕਾਜ਼ਿੰਗ ਪ੍ਰੋਬਲਮ। ਕੰਸਨਟ੍ਰੇਸ਼ਨ ਇਟ ਸੈਲਫ ਨਹੀਂ, ਬ੍ਰੇਨ ਦਾ ਕੋਈ ਇਸ਼ੂ ਨਹੀਂ, ਬੰਦੇ ਦੀ ਕੋਗਨੀਸ਼ਨ ਫੰਕਸ਼ਨ ਦਾ ਕੋਈ ਇਸ਼ੂ ਨਹੀਂ ਹੈਗਾ। ਉਹਦੇ 'ਚ ਐਬਿਲਿਟੀ ਐਨਫ ਹੈਗੀ, ਅਜੇ ਵੀ ਹੈਗੀ ਹੈ। ਜਿਹੜਾ ਐਨਵਾਇਰਮੈਂਟ ਹੈ ਸਾਰਾ ਉਹ ਇਤਨਾ ਜ਼ਿਆਦਾ ਡਿਸਟਰਬਿੰਗ ਅਤੇ ਡਿਸਟਰੈਕਟਿੰਗ ਹੈ ਕਿ ਉਹਦੇ ਬਾਰੇ ਅਸੀਂ ਸੋਚਦੇ ਹੀ ਨਹੀਂ ਹੈਗੇ। ਫਿਰ ਉਹਨੇ ਛੋਟੀਆਂ ਛੋਟੀਆਂ ਮਿਸਾਲਾਂ, ਇਹ ਵੀ ਇੱਕ ਯੂਰੋਸੈਂਟਰਿਕ ਅਪਰੋਚ ਜਿਹੜੀ ਕਈ ਵਾਰੀ ਮੈਨੂੰ ਚੰਗੀ ਵੀ ਬਹੁਤ ਲੱਗਦੀ ਹੈ ਕਿ ਉਹ ਡਿਟੇਲਡ ਵੇ ਨਾਲ ਗੱਲਾਂ ਕਰਦੇ ਨੇ। ਫਿਰ ਉਹ ਗੱਲਾਂ ਇਸ ਰੂਪ ਵਿੱਚ ਐਗਜ਼ਾਮਪਲ ਕਰਦੇ ਵੀ ਗੱਲ ਇਹ ਹੈ ਕਿ ਤੁਸੀਂ ਕੋਈ ਸਪੋਜ਼ ਕਰੋ ਇੱਕ ਸਟੂਡੈਂਟ ਹੈ, ਕਿਸੇ ਅਸਾਈਨਮੈਂਟ 'ਤੇ ਕੰਮ ਕਰ ਰਿਹਾ। ਅਸਾਈਨਮੈਂਟ 'ਤੇ ਕੰਮ ਕਰਨ ਦੇ ਦੌਰਾਨ ਉਹਦੇ ਥਾਟਸ ਜਿਹੜੇ ਨੇ ਅਲਾਈਨ ਹੋਣੇ ਸ਼ੁਰੂ ਹੋਏ ਨੇ। ਮਤਲਬ ਇੱਕਦਮ ਤੇ ਥਾਟਸ ਨਹੀਂ ਨਾ ਆਉਂਦੇ। ਕੁਝ ਵੀ ਤੁਸੀਂ ਰਾਈਟਿੰਗ ਕਰਨੀ ਹੈ, ਬੁੱਕ ਪੜ੍ਹੀ ਹੈ, ਜੋ ਮਰਜ਼ੀ ਇੱਕਦਮ ਤੇ ਨਹੀਂ ਆਏਗਾ। if you really want to do some kind of good stuff in academic sites, you need some kind of focus, some kind of actually brainstorming. ਜਦੋਂ ਇੰਡੀਵਿਜੂਅਲ ਸਾਰੇ ਉਹਦੇ 'ਚ ਪ੍ਰੋਸੈਸ ਇਨਵੋਲਵ ਹੋਣ ਹੀ ਲੱਗਾ, ਅਜੇ ਮਿੰਟ 2 ਮਿੰਟ ਇਨਵੋਲਵ ਹੋਇਆ, ਅਤੇ ਨਾਲ ਹੀ ਸਾਈਡ 'ਤੇ ਉਹਨੇ ਆਪਣਾ ਮੋਬਾਈਲ ਫੋਨ ਰੱਖਿਆ, ਅਤੇ ਅਜੇ ਉਹ ਸ਼ਾਇਦ ਅਲਾਈਨ ਹੋ ਕੇ ਉਸ ਥਾਟਸ ਅੱਗੇ ਚੱਲਦੇ, ਉਸ ਤੋਂ ਪਹਿਲਾਂ ਕਿਸੇ ਸੋਸ਼ਲ ਮੀਡੀਆ ਦਾ ਮੈਸੇਜ ਪੌਪ ਅਪ ਹੋ ਗਿਆ। ਕੰਸਨਟ੍ਰੇਸ਼ਨ ਗੈਟ ਡਿਸਟਰੈਕਟਡ ਰਾਈਟ ਵੇ।
ਬੰਦਾ ਇਹ ਕਹਿੰਦਾ ਕਿ ਓਹੋ ਮਾਈ ਬ੍ਰੇਨ ਇਜ਼ ਮਿਜ਼ਰੀ, ਮਾਈ ਬ੍ਰੇਨ ਇਜ਼ ਨੋਟ ਹੈਲਪਿੰਗ ਮੀ, ਆਈ ਐਮ ਨੋਟ ਏਬਲ ਟੂ ਫੋਕਸ। ਭਾਈ ਬ੍ਰੇਨ ਦਾ ਕੋਈ ਇਸ਼ੂ ਨਹੀਂ ਹੈਗਾ, ਦਿਸ ਇਜ਼ ਕਮਿੰਗ ਫਰੋਮ এনवायरमेंट। ਫਿਰ ਇਕੱਲਾ ਇਹ ਨਹੀਂ, ਉਹ ਕਹਿੰਦਾ ਕੁਛ ਵੀ ਨਾ ਹੋਏ, ਥੋੜੀ ਦੇਰ ਬਾਅਦ ਜਸਟ ਉਹ ਜਿਹੜੀ ਉਹਦੀ ਜਸਟ ਲਾਈਟ ਔਨ ਹੋ ਕੇ ਆਫ ਹੋ ਜਾਏ, ਦੈਟਸ ਇਨਫ। ਇੰਨੇ ਨਾਲ ਹੀ ਜਿਹੜਾ ਤੁਹਾਡਾ ਫੋਕਸ ਆ ਉਹ ਡਾਇਵਰਟ ਹੋ ਜਾਏਗਾ। ਫਿਰ ਇਕੱਲਾ ਇੱਥੇ ਨਹੀਂ, ਹੋਰ ਬਹੁਤ ਸਾਰੀਆਂ ਗੱਲਾਂ ਦੱਸੀਆਂ। ਅਸੀਂ ਹੌਲੀ ਹੌਲੀ ਹੈਬਚੁਅਲ ਹੋ ਗਏ ਹਾਂ, ਹੈਬਿਟ ਇੰਨੀ ਜ਼ਿਆਦਾ ਬਣ ਗਈ ਹੈ ਕਿ ਹਾਲਾਂਕਿ ਕਈ ਵਾਰ ਹੁੰਦਾ ਆ, ਹੁਣ ਜਿਵੇਂ ਕਿਉਂਕਿ ਜ਼ਿੰਦਗੀ ਮੋਬਾਈਲ ਬਣੀ ਪਈ ਸਾਡੀ, ਮੈਂ ਇੱਥੇ ਬੈਠਾ ਹਾਂ, ਆਪ ਜਿਹਨਾਂ ਗੁਰਬਾਣੀ ਦੀ ਬਾਤ ਕਰ ਰਹੇ ਹਾਂ, ਸਾਰਾ ਕੁਛ ਨਾਲ ਦੀ ਨਾਲ ਕੁਝ ਐਸੇ ਫੈਮਿਲੀ ਦੇ ਕੰਮ ਨੇ, ਕੁਝ ਹੋਰ ਮੇਰੇ ਕੁਝ ਜ਼ਰੂਰੀ ਜਿਹੜੀਆਂ ਕਮਿਟਮੈਂਟਸ ਨੇ। ਦੇ ਆਰ ਆਲਸੋ ਐਕਚੁਅਲੀ ਮੈਸੇਜਿੰਗ ਮੀ ਅਗੇਨ back and forth. Once I'm going to finish Gurbani Katha, right away I have to check those messages, because what's next? ਜੋ ਕੁਛ ਬੰਦਿਆਂ ਨੂੰ ਮੈਂ ਮੈਸੇਜ ਛੱਡੇ ਨੇ, ਕੁਛ ਨੇ ਇਸ ਤਰੀਕੇ ਦੇ ਨਾਲ। ਸੋ ਇਹ ਹੈ, ਹਾਂ ਕਈ ਵਾਰ ਬੜਾ ਜ਼ਰੂਰੀ ਹੁੰਦਾ ਇਸ ਤਰੀਕੇ ਨਾਲ, ਪਰ ਇਹ ਆਦਤ ਐਸੀ ਬਣ ਗਈ ਵੀ ਨਾ ਵੀ ਕੋਈ ਮੈਸੇਜ ਆਏ, once I'm going to finish it, definitely I will check it, ਮੈਂ ਉਹਨੂੰ ਚੈੱਕ ਕਰਾਂਗਾ ਉਸ ਰੂਪ ਦੇ ਵਿੱਚ। ਇਸ ਕਿਸਮ ਦੀਆਂ ਆਦਤਾਂ ਜਿਹੜੀਆਂ ਨੇ, ਇਹ ਸਾਰੀਆਂ ਚੀਜ਼ਾਂ ਉਸ ਲੈਵਲ 'ਤੇ ਬੰਦੇ ਨੂੰ ਡਿਸਟਰਬ ਤੇ ਡਿਸਟਰੈਕਟ ਕਰ ਰਹੀਆਂ। ਬਹੁਤ ਡਿਟੇਲਡ ਬਾਤ ਹੋ ਸਕਦੀ, ਪਰ ਮੈਂ ਉਸ ਪਾਸੇ ਨਹੀਂ ਜਾ ਰਿਹਾ। ਮੈਂ ਜਿਹੜੀ ਮੌਲਿਕ ਗੱਲ, ਜਿਹੜੀ ਐਕਚੁਅਲੀ ਦ ਮੇਨ ਥਿੰਗ ਆਈ ਵਾਜ਼ ਗੋਇੰਗ ਟੂ ਟਾਕ, ਦੈਟ ਇਜ਼, ਫਿਰ ਉਹ 'ਚ ਗੱਲ ਹੋਈ, ਉਹ ਕਹਿੰਦੀ ਵੀ ਯੈਸ ਇਟਸ ਅ ਬਿਗ ਟਾਈਮ ਮਿਜ਼ਰੀ ਵਿਚ ਇਜ਼ ਕਮਿੰਗ ਫਰੋਮ ਆਵਰ এনवायरमेंट, ਐਂਡ ਡਿਊ ਟੂ ਦੈਟ ਐਕਚੁਅਲੀ lack of good environment, we are not able to concentrate. So can you have some tips which can help us to develop our concentration? ਉਹ ਕਹਿੰਦਾ ਕਿ ਹਾਂ, ਜਿਹੜੇ ਟੂਲਸ ਨੇ ਉਹ ਬਹੁਤੇ ਕੋਈ ਨਵੇਂ ਨਹੀਂ ਹੈਗੇ, ਦੇ ਆਰ ਆਲ ਕਮਿੰਗ ਫਰੋਮ ਦ ਹਿਸਟਰੀ ਆਫ ਮੈਨਕਾਇੰਡ, ਯੂ ਕੈਨ ਸੇ ਫਰੋਮ ਆਵਰ ਐਕਚੁਅਲੀ ਫਰੋਮ ਐਂਸ਼ੀਅੰਟ ਟਾਈਮ ਟੂ ਅੰਟਿਲ ਨਾਓ ਵੀ ਹੈਵ ਦ ਸੇਮ ਕਾਈਂਡ ਆਫ ਟੂਲਸ। ਉਹ ਕਿਹੜੇ ਨੇ ਜੀ? ਸਭ ਤੋਂ ਪਹਿਲਾ ਟੂਲ ਮੈਡੀਟੇਸ਼ਨ। ਜਿਹੜੀ ਮਾਈਂਡ ਵਾਂਡਰਿੰਗ ਆ, there is no any other thing to control it except meditation. ਜਿਹੜੀ ਆ ਮਿਸਾਲ ਆ ਰਹੀ ਨਾ, ਹੁਣ ਦੇਖੋ ਬਾਈ ਚਾਂਸ ਇਹ ਬਾਤ ਆਈ, ਜੋ ਮਛਲੀ ਬਿਨ ਪਾਣੀ ਰਹਿ ਨਾ ਕਿਤੇ ਉਪਾਏ। ਅੱਜ ਦਾ ਹਾਈਐਸਟ ਐਜੂਕੇਟਡ ਸਕਾਲਰ, ਕੋਗਨੀਸ਼ਨਸ ਦੇ ਵਿੱਚ ਕੰਮ ਕਰਨ ਵਾਲਾ ਵੈਟਰਨ ਸਾਈਕੋਲੋਜਿਸਟ ਇਹ ਕਹਿ ਰਿਹਾ ਆ ਕਿ ਜੇ ਬ੍ਰੇਨ ਦੀ ਕੰਸਨਟ੍ਰੇਸ਼ਨ, ਮਾਈਂਡ ਦੀ ਕੰਸਨਟ੍ਰੇਸ਼ਨ ਬਿਲਡ ਕਰਨੀ ਹੈ, ਵੀ ਨੀਡ ਮੈਡੀਟੇਸ਼ਨ। ਜੇ ਮੱਛੀ ਨੂੰ ਜਿਉਂਦਾ ਰੱਖਣਾ ਹੈ, ਸਾਨੂੰ ਚਾਹੀਦਾ ਪਾਣੀ। ਬਿਲਕੁਲ ਆ ਗੱਲ ਗੁਰੂ ਰਾਮਦਾਸ ਸਾਹਿਬ ਕਹਿ ਰਹੇ ਨੇ। ਇਹ ਜਿੰਨੀ ਦੇਰ ਤੱਕ ਤੁਸੀਂ, ਕਿਉਂਕਿ ਤੇ ਮੈਡੀਟੇਸ਼ਨ ਇਟਸ ਨੋਟ ਏ ਵੈਰੀ, ਯੂ ਕੈਨ ਸੇ ਵੈਰੀ ਕੂਲ ਟਾਸਕ or kind of very pleasureful task. No, meditation is it's a very dry matter. It's a hard job. If it has been pleasureful job, then we all have been engaged already. Why people are missing it? Because it needs some kind of extra work. ਜਿਹੜਾ ਉਹਦੇ ਵਿੱਚ ਆ ਬੰਦੇ ਦੇ ਕੋਲ, ਸਪੋਜ਼ ਕਰੋ ਨਾ, ਤੁਸੀਂ ਕਦੀ ਦੇਖਿਆ, ਇੱਕ ਮੈਂ ਛੋਟੀ ਐਗਜ਼ਾਮਪਲ ਕਰਦਾ, ਸਾਡੇ ਤੋਂ ਹੁਣ ਇਸ ਕਲਚਰ 'ਤੇ ਸਾਨੂੰ ਪਤਾ ਨਹੀਂ ਕਿ ਟਿਊਬ ਵੈਲਸ ਕਿੱਦਾਂ ਕੰਮ ਕਰਦੇ ਨੇ, ਜਿਹੜਾ ਵਿੱਚ ਟਿਊਬ ਪਾ ਕੇ ਤੇ ਪਾਣੀ ਕੱਢਿਆ ਜਾਂਦਾ ਹੈ, ਇੱਕ ਛੋਟੇ ਵੈਲ ਬਣਾ ਕੇ ਪਾਣੀ ਕੱਢਦੇ ਨੇ ਉਹਨੂੰ। ਜਦੋਂ ਉਹਨੂੰ ਪਾਣੀ ਕੱਢਿਆ ਜਾਂਦਾ, ਉਹ ਵਿੱਚੋਂ ਪਾਣੀ ਥੱਲੇ ਬਹੁਤ ਡੂੰਘਾ ਹੁੰਦਾ ਆ ਪਾਣੀ ਜ਼ਮੀਨ ਦੇ ਵਿੱਚ, ਪਰ ਉਹਨੂੰ ਕੱਢਣ ਵਾਸਤੇ ਜਦੋਂ ਉਹਨੂੰ ਪੰਪ ਕਰਨਾ ਹੁੰਦਾ ਆ, ਫਿਰ ਉਹਨੂੰ ਸੱਕ ਕਰਨ ਵਾਸਤੇ ਜਿਹੜਾ ਹੈਗਾ ਪਾਣੀ ਥੱਲਿਓਂ ਲੈਣ ਵਾਸਤੇ, ਉਹਦੇ 'ਚ ਜਿਹੜਾ ਅੰਪੈਲਰ ਹੁੰਦਾ ਹੈ, ਜਿਹੜਾ ਉਸ ਨੂੰ ਜਿਹੜਾ ਲਿਫਟ ਆਊਟ ਕਰਦਾ ਹੈਗਾ, ਉਹਨੂੰ ਚਲਾਉਣ ਵਾਸਤੇ ਉੱਪਰੋਂ ਪਾਣੀ ਪਾਉਣਾ ਪੈਂਦਾ ਹੈ। ਜਦੋਂ ਪਾਣੀ ਪਾ ਕੇ ਉਸ ਤਰੀਕੇ ਨਾਲ ਉਹ ਸੱਕ ਕਰਨ ਵਾਸਤੇ, ਜਿਹਨੂੰ ਪੰਜਾਬੀ 'ਚ ਅਸੀਂ ਚੂਸ ਮਾਰਨਾ ਕਹਿੰਦੇ, ਉਹਨੂੰ ਚੂਸ ਲੈਣਾ ਇਸ ਤਰੀਕੇ ਨਾਲ, ਜਦੋਂ ਇੱਕ ਵਾਰੀ ਉਹ ਸੱਕ ਕਰਕੇ ਉਸ ਲੈਵਲ 'ਤੇ ਉਹਨੂੰ ਫੋਰਸਫੁਲੀ ਉਹਦੇ ਨਾਲ ਇੱਕ ਵਾਰੀ ਕਨੈਕਸ਼ਨ ਬਿਲਡ ਹੋ ਜਾਂਦਾ, ਫਿਰ ਥੱਲਿਓਂ ਪਾਣੀ ਨਿਕਲ ਆਉਂਦਾ। ਜਿਹੜੀ ਕੰਸਨਟ੍ਰੇਸ਼ਨ ਆ, ਵੀ ਕੈਨ ਇੰਜੋਏ ਦੈਟ ਥਰੂ ਦ ਮੈਡੀਟੇਸ਼ਨ, ਬਟ ਫॉर ਮੈਡੀਟੇਸ਼ਨ ਵੀ ਆਲਸੋ ਨੀਡ ਕੰਸਨਟ੍ਰੇਸ਼ਨ। ਇਹ ਥੋੜੀ ਹੋਏਗੀ, ਤੁਸੀਂ ਹਾਰਡ ਟਾਸਕ ਕਰੋਗੇ ਤਾਂ ਜਾ ਕੇ ਦੂਜੇ ਟਾਸਕ ਈਜ਼ੀ ਹੋਣਗੇ, ਜੇ ਨਹੀਂ ਕਰੋਗੇ ਤਾਂ ਦੂਜੇ ਨਹੀਂ ਹੋਣਗੇ। ਐਂਡ ਫਿਰ ਉਹ ਕਹਿੰਦਾ, ਫਿਰ ਉਹਨੂੰ ਇੰਟਰਵਿਊ ਕਰਨ ਵਾਲਾ ਪੁੱਛ ਰਿਹਾ ਕਿ ਓਕੇ
दैट्स गुड थिंग है ना, बट एनी अदर सोल्यूशन फॉर इट, वो कहता है देयर इज नो एनी अदर सोल्यूशन एक्सेप्ट वन थिंग. Rest of it we can name different apps and all these things, but still everything needs concentration. And if you're already lacking that and you have very small, very actually you can say kind of very small span of concentration or focus, then game is over. इत्थे गुरु बाबा जी ने जी बात की थी. मैं बकौल साढ़े स्कॉलर्स क्या करते हैं, कई बार लोग कहणगे बड़ा ध्यान ला के पाठ करना चाहिए. भाई जे ध्यान लग गया ਤੁਹਾਡਾ ਮਨ ਹੀ ਪਾਠ ਦਾ ਰੂਪ ਬਣ ਗਿਆ. ਅੱਗੇ ਜਾ ਕੇ ਸ਼ਬਦ ਹੀ ਕਹੇਗਾ ਮੈਂ ਗੁਰਬਾਣੀ ਆਧਾਰ ਹੈ. ਪਾਠ ਕਰੋ ਤਾਂ ਕਿ ਮਨ ਲੱਗੇ, ਲਗਾਤਾਰ ਕਰੋ. ਉਮਰਾਂ ਲੰਘ ਜਾਂਦੀਆਂ ਪਾਠ ਕਰਦੇ ਆ, ਸੰਗਤ ਕਰਦੇ ਆ, ਗੁਰਦੁਆਰੇ ਬਹਿੰਦੇ ਆ, ਬੰਦੇ ਨੂੰ ਬਹਿਣਾ ਨਹੀਂ ਆਉਂਦਾ. ਬਹਿਣਾ ਆ ਗਿਆ, ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ, ਆ ਬਾਤ ਬਣੇਗੀ. ਸੋ ਇਟਸ ਨੋਟ ਐਕਚੁਅਲੀ very pleasurable task when we just start it and when we actually just going toward that side. No, that time it actually takes a lot of effort. It demands a lot of energy. Once we are actually fulfilling all these conditions, then definitely we can taste some fruit, and that fruit is concentration. That fruit is some kind of civic behavior. That fruit is we can pay attention toward human virtues. इथे गुरु रामदास साहब ने बयान किया, जो मछली बिन पानी रह न किते उपाय, त्यों हर बिन संत न जीवई. जिन्हों पता लग गया भी ਇਹਦੇ ਬਿਨਾਂ ਤੇ ਜੀਵਨ ਹੈ ਨਹੀਂਗਾ. ਤੁਸੀਂ ਦੇਖੋ ਅਸੀਂ ਵੀ ਕਈ ਵਾਰੀ ਇੱਥੋਂ ਗੱਲਾਂ ਕਰਦੇ ਹਾਂ. ਪੰਜਾਬ ਦੀ ਫਿਜ਼ਾਨ ਦੇ ਵਿੱਚ ਰਵਿੰਦਰ ਮਸਰੂਰ ਦਿਲ ਪੀੜ ਤੋਂ ਲੁਕਾ ਕੇ ਨੈਣੀ ਛੁਪਾ ਕੇ ਪਾਣੀ, ਗੁਜ਼ਰੀ ਦੇ ਪੋਤਿਆਂ ਦੀ ਸੁਣਿਓ ਜਰਾ ਕਹਾਣੀ. ਇਹ ਕਲਮ ਹੈ. दैट पोएट मेरा प्रोफेसर रहा है, बहुत दानिशमंद शख्सियत. उन्हें एक जगह तो बड़े कमाल का लिखिया पंजाब बारे. वो कहता ये जो अपने पानियां नूं झूरदी, पंजाब का जिहड़ा सब तो वड्डा दुखांत है, जिहड़ी समस्या बनी वो बनी भी पानी खो लिया दे कोलों. ये जो अपने पानियां नूं झूरदी है बेड़ी सी कदी पहले पूर दी. पंजाब was the one of fertile and totally you can say जिन्हों कहा गया कि बड़ा प्रॉस्पर रीजन सीगा. अज उहदी प्रॉस्पैरिटी किधर गई? जीरो. वो सारी प्रॉस्पैरिटी जिहड़ी हैगी वो किते दी किते खत्म हो गई. अज जदों उत्थे वो प्रॉस्पर पिक्चर नहीं हैगी, रोजगार नहीं हैगे, साधन नहीं हैगे, ते लोग बेचारे उत्थे मजबूर ने, एजेंटां नूं पैसे देंदे ने, बहुत कुछ दे के जिंदगी जोखम च पाउंदे ने, बेड़ियां च बहिंदे, जंगल टपदे, ऑल द वे दे एक्चुअली walk through the jungles and they try to actually ਜਿਹੜਾ ਹੈਗਾ cross to some rivers or oceans to come America, Canada and some other countries. ਅਸੀਂ we have seen actually or heard so many times these kind of news. ਜਿਹੜੀ ਬਾਤ ਆਈ ਹੈ ਕਿ ਜਦੋਂ ਬੰਦੇ ਨੂੰ ਪਤਾ ਲੱਗ ਜਾਏ ਕਿ ਓਕੇ ਫਲਾਂ ਜਗ੍ਹਾ ਤੇ ਜ਼ਿੰਦਗੀ ਚੰਗੀ ਹੈ, ਫਲਾਂ ਜਗ੍ਹਾ ਤੇ ਰੋਟੀ ਮਿਲ ਸਕਦੀ ਹੈ, ਫਲਾਂ ਜਗ੍ਹਾ ਤੇ ਜੇ ਜਿੰਦਾ ਰਹੇ ਤੇ ਐਟਲੀਸਟ ਜੀਵਨ ਦਾ ਮੁੱਲ ਪਵੇਗਾ. ਲਾਈਫ ਇਜ਼ ਗੋਇੰਗ ਟੂ ਬੀ ਮੀਨਿੰਗਫੁਲ ਓਵਰ ਦੇ ਲਾਈਫ ਵਿਲ ਬੀ ਐਕਚੁਅਲੀ ਐਟਲੀਸਟ ਆਪਣੀਆਂ ਲੋੜਾਂ ਨੂੰ ਫੁੱਲਫਿਲ ਕਰ ਸਕਾਂਗੇ. ਫਿਰ ਬੰਦਾ ਕਹਿੰਦਾ ਵੀ ਕੋਈ ਗੱਲ ਨਹੀਂ, ਜੇ ਜਾਨ ਵੀ ਚਲੀ ਜਾਏ, ਜੇ ਬਚ ਗਏ ਤਾਂ ਐਟਲੀਸਟ ਇੰਜੋਏ ਤਾਂ ਕਰਾਂਗੇ. ਅਦਰਵਾਈਜ਼ ਲੈਟਸ हैव दिस गैम्बल. गुरु बाबा जी के शब्दों को पढ़िए ना, महाराज बयान कर दे कि जैसे अपने तने प्राणी मरण मांडा है, तैसे संत जना राम नाम ना छाड़ा है. जिहड़ा संत जन है ना वो प्रभु के नाम नहीं छड्डदा. जिवें धन वास्ते बंदा मरन लई तैयार हो जाता है. इत्थे वचन रहा गुरु महाराज ने, त्यों हर बिन संत ना जीवई. वो कहता है संत बंदा, संत रूह कहती है जे मिजरी कैरी करनी है, जे
ਜੀਵਨ ਦੇ ਵਿੱਚ ਚੜ੍ਹਦੀ ਕਲਾ ਹੀ ਨਹੀਂ ਕੋਈ, ਜੇ ਮੈਨੂੰ ਪ੍ਰੋਪਰਲੀ ਕਿਸੇ ਤਰੀਕੇ ਦੇ ਨਾਲ ਜ਼ਿੰਦਗੀ ਜਿਉਣ ਦਾ ਕੋਈ ਉਹ ਪਲੈਜ਼ਰਫੁਲ ਮੀਨਿੰਗ ਨਹੀਂ ਲੱਭ ਰਹੇ, ਕੀ ਫਾਇਦਾ? ਇਸ ਚੀਜ਼ ਨਾਲ ਇੱਕ ਇੰਪਾਵਰਮੈਂਟ ਦਿੱਤੀ ਜਾ ਰਹੀ ਹੈ। ਇਹ ਨਹੀਂ ਕਿ ਗੁਰੂ ਸਾਹਿਬ ਸਾਨੂੰ ਕਿਸੇ ਤਰੀਕੇ ਨਾਲ ਪ੍ਰੋਵੋਕ ਕਰ ਰਹੇ ਨੇ ਕਿ ਡੂ ਸਮ ਕਾਈਂਡ ਆਫ commit some kind of suicide, all these things. No. What Maharaj is saying, Maharaj is telling us, ਲਾਈਫ ਨੂੰ ਮੀਨਿੰਗਫੁਲ ਬਣਾਓ। ਇੱਥੇ ਬਚਨ ਲਿਖਿਆ, ਤਿਉਂ ਹਰ ਬਿਨ ਸੰਤ ਨਾ ਜੀਵਈ, ਬਿਨ ਹਰ ਨਾਮੈ ਮਰ ਜਾਏ। ਉਹ ਮਰ ਜਾਂਦਾ ਬਿਨਾਂ ਨਾਮ ਤੋਂ। ਅਗਲਾ ਬਚਨ ਆ, ਮੈਂ ਸਤਿਗੁਰ ਸੇਤੀ ਪਿਰਹੜੀ। ਗੁਰੂ ਰਾਮਦਾਸ ਕਹਿੰਦੇ ਸ਼ੁਕਰ ਹੈ ਮੇਰੀ ਪ੍ਰੀਤ ਮੇਰੇ ਸਤਿਗੁਰੂ ਨਾਲ ਹੈ, ਕਿਉਂਕਿ ਸਤਿਗੁਰੂ ਸੋਰਸ ਆ। ਸਤਿਗੁਰੂ, ਮੈਨੂੰ ਤਾਂ ਇਸ ਗੱਲ ਦਾ ਅਹਿਸਾਸ ਨਹੀਂ ਹੈਗਾ, ਪਰ ਇਹ ਚੀਜ਼ ਸੱਚੀ ਹੈ ਕਿ ਬੰਦਾ ਜਿਵੇਂ ਸਪੋਜ਼ ਕਰੋ ਗੁਰਦੁਆਰਾ ਸਾਹਿਬ ਆਇਆ ਆ, ਗੁਰਦੁਆਰਾ ਸਾਹਿਬ ਦਹਿਲੀਜ਼ ਲੰਘਿਆ, ਅੰਦਰ ਆਇਆ, if we don't have that kind of feeling that yes, I am going to see my Guru, I am going to see my Sangat, I am going to spend time where I am going to get blessings of my Almighty, or Vaheguru Ji, or my Master, that mean ਸਾਡੀ ਰਿਲੇਸ਼ਨਸ਼ਿਪ ਨਹੀਂ ਹੈਗੀ ਅਜੇ। ਫਿਰ ਬੰਦਾ ਆਵੇ, ਬੰਦੇ ਅਹਿਸਾਸ ਆਏ ਮੈਂ ਗੁਰੂ ਕੋਲ ਜਾ ਰਿਹਾ, ਗੁਰੂ ਨਾਲ ਸਾਂਝ ਹੈ ਮੇਰੀ, ਪਿਰਹੜੀ ਇਹ ਹੈ, ਇਹ ਹੈ ਪ੍ਰੀਤ। ਜਿੱਥੇ ਕਿਤੇ ਇਹੋ ਜਿਹੀ ਅੰਗੇਜਮੈਂਟ ਹੋ ਜਾਏ, ਇਹੋ ਜਿਹੀ ਕੋਈ ਐਸੋਸੀਏਸ਼ਨ ਬਣ ਜਾਏ, ਜਿਹੜੀ ਫਿਰ ਅੰਦਰ ਦੀ ਫੀਲਿੰਗ ਆ ਉਹੀ ਬੰਦੇ ਨੂੰ ਇੱਕ ਨੈਕਸਟ ਲੈਵਲ ਤੇ ਲੈ ਆਉਂਦੀ ਹੈ। ਗੁਰੂ ਸਾਹਿਬ ਨੇ ਬਿਆਨ ਕੀਤਾ ਆ ਕਿ ਮੈਂ ਸਤਿਗੁਰ ਸੇਤੀ ਪਿਰਹੜੀ, ਕਿਉਂ ਗੁਰਬਿਨ ਜੀਵਾਂ ਮਾਓ। ਹੁਣ ਮਾਓ ਦਾ ਮਤਲਬ ਇੱਥੇ ਹੈ ਮਤ, ਇੰਟਲੈਕਟ, ਜਿਹੜਾ ਪੈਰ ਪੈਰ ਤੇ ਸਾਨੂੰ ਚੈੱਕ ਕਰਦਾ, ਟੈਸਟ ਕਰਦਾ ਆ। ਇੰਟਲੈਕਚੁਅਲ ਐਬਿਲਿਟੀ ਜਿਹੜੀ ਹੈ ਨਾ ਸਾਡੀ, we have so many different habits, so many different kind of actually tendencies, different kind of living styles. ਇਹ ਸਭ ਚੀਜ਼ਾਂ ਸਾਡੇ ਕੋਲ ਹੁੰਦੀਆਂ ਨੇ, but intellect try to test us time to time. Suppose ਕਰੋ ਤੁਸੀਂ ਆਪਣੇ ਮਮ ਡੈਡ ਨੂੰ ਹੀ ਕਹਿੰਦੇ ਹੋ, ਡੈਡ ਲਵ ਯੂ, ਮਮ ਆਈ ਲਵ ਯੂ, ਆਈ ਰੀਅਲੀ ਮਿਸ ਯੂ, ਜੇ ਕਿਤੇ ਮਮ ਦੂਰ ਗਈ ਹੈ। ਅਤੇ ਇੰਟਲੈਕਟ ਕਈ ਵਾਰੀ ਅੰਦਰੋਂ ਵਾਕਿਆ ਤੁਹਾਡੇ ਡੋਰ ਖੜਕਾ ਕੇ ਕਹਿੰਦਾ ਹੈ ਵੀ ਡੂ ਯੂ ਰੀਅਲੀ ਮੀਨ ਇਟ ਔਰ ਜਸਟ ਯੂ ਆਰ ਸੇਇੰਗ ਇਟ। ਯੂ ਨੋ ਇੰਟਲੈਕਟ ਚੈੱਕ ਯੂ, ਤੂੰ ਬਸ ਐਵੇਂ ਕਹਿ ਹੀ ਰਿਹਾ ਕਿ ਤੇਰਾ ਮਤਲਬ ਵੀ ਹੈ ਕੋਈ। ਅਤੇ ਫਿਰ ਜਦੋਂ ਬੰਦੇ ਦਾ ਮਤਲਬ ਕੋਈ ਨਹੀਂ ਹੁੰਦਾ, ਜਸਟ ਕਹਿ ਹੀ ਰਿਹਾ ਹੁੰਦਾ ਬੰਦਾ, ਉਹ ਜਿਹੜੀ ਹਾਲਤ ਆ ਅੰਦਰ, ਉਹ ਬੜੀ ਅੰਬੈਰਸਮੈਂਟ ਵਾਲੀ ਹੁੰਦੀ ਹੈ, ਵਿਚ ਵੀ ਕਾਲਡ ਹਿਪੋਕ੍ਰੇਸੀ। ਬੰਦੇ ਨੂੰ ਬਾਹਰੋਂ ਨਹੀਂ ਮਾਰਦੀ। When I'm saying something, I'm actually pretending, showing something, but inside I don't have that kind of feeling. That means, oh, I'm actually cheating. To whom? To myself. And my intellect, that is not going to actually not going to leave me, or not going to actually show some kind of empathy on me. No. That intellect is going to put me in hot water. ਉਹ ਫਿਰ ਬੜਾ ਤੰਗ ਕਰਦਾ। ਪਰ ਜਿੱਥੇ ਕਿਤੇ ਕੋਈ ਚੀਜ਼ ਐਸੀ ਇਸ ਰੂਪ ਵਿੱਚ ਬੰਦੇ ਨੂੰ ਇੱਕ ਵਾਰ ਦੋ ਵਾਰੀ ਟੈਸਟ ਕਰ ਲਵੇ, ਤੇ ਫਿਰ ਜੇ ਬੰਦਾ ਥੋੜਾ ਜਿਹਾ ਵੀ ਅਵੇਅਰ ਹੈਗਾ, ਫਿਰ ਜਾਂ ਤੇ ਬੰਦਾ ਉਸ ਨੂੰ ਵਾਕਿਆ 'ਚ ਹੀ ਕਰਨ ਲੱਗ ਜਾਏਗਾ, ਜਾਂ ਬਿਲਕੁਲ ਛੱਡ ਦੇਗਾ, ਵਿੱਚ ਨਹੀਂ ਰਹੇਗਾ। ਇੱਥੇ ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਉਹ ਮੇਰੀ ਮਾਓ, ਮੈਂ ਸਤਿਗੁਰ ਸੇਤੀ ਪਿਰਹੜੀ, ਗੁਰਬਿਨ ਜੀਵਾਂ। ਕਿਉਂ ਗੁਰਬਿਨ ਜੀਵਾਂ ਮਾਓ, ਵੀ ਮੈਂ ਗੁਰੂ ਤੋਂ ਬਿਨਾਂ ਕਿਵੇਂ ਜੀ ਸਕਦਾ। ਮੇਰੇ ਆਪਣੇ ਇੰਟਲੈਕਟ ਨੂੰ ਪੁੱਛਿਆ ਜਾ ਰਿਹਾ ਵੀ ਤੂੰ ਤੇ ਮੇਰੀ ਸਪੋਰਟ ਕਰਨਾ, ਤੈਨੂੰ ਪਤਾ ਆ ਗੁਰੂ ਦੀ ਮੇਰੇ ਲਈ ਕੀ ਇੰਪੋਰਟੈਂਸ ਆ, ਗੁਰਬਾਣੀ ਦੀ ਮੇਰੇ ਲਈ ਕੀ ਇੰਪੋਰਟੈਂਸ ਆ। ਅਗਲਾ ਬਚਨ ਹੈ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹਾਂ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਮੇਰੇ ਜੀਵਨ ਦਾ ਆਧਾਰ ਹੈ, ਮੇਰੀ ਲੋੜ ਆ। ਇਹਦੇ ਬਾਬਤ ਸਟੱਡੀਜ਼ ਵੀ ਹੈਗੀਆਂ ਸਾਡੇ ਕੋਲ ਖੂਬ ਸਾਰੀਆਂ। ਯੂ ਆਰ ਸਟਾਰਵਿੰਗ, ਯੂ ਆਰ ਹੰਗਰੀ, ਯੂ ਆਰ ਐਕਚੁਅਲੀ, ਤੈਨੂੰ ਬੜੀ ਭੁੱਖ ਲੱਗੀ ਆ, ਬੜਾ ਕੁਛ ਖਾਣ ਨੂੰ ਜੀ ਕਰਦਾ, ਬੜਾ ਉਸੇ ਸਮੇਂ ਹੀ ਕੋਈ ਤੁਹਾਡਾ ਦੋਸਤ, ਕੋਈ ਫਰੈਂਡ, ਕੋਈ ਤੁਹਾਡਾ ਫੈਮਿਲੀ ਮੈਂਬਰ ਜਿਹੜਾ ਕਿਤੇ ਦੂਰ ਦਰਾਡੇ ਰਹਿੰਦਾ ਆ ਕਿਤੇ, ਤੇ ਯਾਦ ਉਹ ਦੂਰ ਗਿਆ ਸੀਗਾ, ਇੱਕਦਮ ਉਹ ਮਿਲਦਾ ਆ, ਉਹ ਤੁਹਾਨੂੰ ਆ ਕੇ ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗਦੇ ਹੋ, ਉਹਨੂੰ ਤੁਸੀਂ ਜਿਹੜਾ ਹੈਗਾ ਹੱਗ ਕਰਦੇ ਹੋ, ਉਹਦੇ ਨਾਲ ਬੈਠਦੇ ਹੋ, ਗੱਲਾਂ ਬਾਤਾਂ ਹੋਣੀਆਂ ਸ਼ੁਰੂ ਹੁੰਦੀਆਂ ਨੇ। ਲੋਕਾਂ ਨੇ ਨੋਟਿਸ ਕੀਤਾ ਕੀ ਹੋਇਆ, ਉਹ ਜਿਹੜੀ ਫੀਲਿੰਗ ਸੀ, ਜਿਹੜੀ ਪਹਿਲਾਂ ਆ ਰਹੀ ਸੀ
people have some kind of starving or having some kind of actually craving toward food or any other stuff, that is totally eliminated. वो पता नहीं किथे चली गई. काफी देर बाद किसी ने एहसास कराया, ओहो तू ते खाना खाना सी, तेरी रोटी पई आ देख. फिर ख्याल होंदा भी हाँ सच आ चीज सीगी. जे किते अंदरों गुरबाणी दे नाल इहो जी सांझ बन जाए ना, हकीकत ਇਹ ਹੈ ਜਿਹੜਾ ਬਹੁਤ ਪਲੇਜਰਫੁਲ ਵੀ ਲੱਗਦਾ ਨਾ ਬਾਹਰ ਸੰਸਾਰ ਦੇ ਵਿੱਚ. ਇਟ ਮਾਈਟ ਬੀ ਫੂਡ, ਇਟ ਮਾਈਟ ਬੀ ਐਨੀ ਕਾਈਂਡ ਆਫ material, it can be actually fulfilling our lust, anything you name it, that is totally secondary stuff for us, or even doesn't have any value for us once we have a relationship with our master. And master mean guru, mean gurbani. Guru Baba ji कहते मैं गुरबाणी आधार है, गुरबाणी लाग रहा हूं, हर हर नाम रतन है. Now it's kind of diamond. It's a totally actually precious. हर हर नाम रतन है, गुर तुठा देवै माए. फिर दोबारा बात इंटेलेक्ट नाल हो रही है. माए वो मेरी मतवानता गुरु ने त्रुट के सौगात दी है, अदरवाइज शायद मैं उस लैवल ते इनू इंजॉय ना कर पाऊंगा. गुर तुठा देवै माए, मैं तर सच्चे नाम की, हर नाम रहा लिव लाए. मैं तर सच्चे नाम की, मैं हुण तिर बन गई हाँ सच्चे नाम दी. तिर बनने का मायना यह है कि जो मर्जी हो जाए, झूठ वाले पासे नहीं जाना, माड़े पासे नहीं जाना, फरेब वाले पासे नहीं जाना, चीट करने वाले पासे नहीं जाना. टोटली फोकस टूवर्ड रब जी, टूवर्ड सच, टूवर्ड सच्चा प्यार, टूवर्ड ह्यूमैनिटी, दोज काइंड ऑफ थिंग्स. इत्थे क्या, मैं तर सच्चे नाम की, हर नाम रहा लिव लाए. ते हर वक्त हरी नाम दे विच लिव ला के रखा, ਉਹਦੇ ਨਾਲ ਸਾਂਝ ਪਾ ਕੇ ਰੱਖਾਂ. ਇਸ ਤੋਂ ਬਾਅਦ ਅੱਗੇ ਕੁਝ 4-5 ਪਦੇ ਬਚੇ ਨੇ ਜਿਨ੍ਹਾਂ ਦੇ ਵਿਚਾਰ ਆਉਂਦੇ ਸਮੇਂ 'ਚ ਕਰਾਂਗੇ ਅੱਜ ਵਾਸਤੇ, ਕਿਉਂਕਿ ਸਮਾਂ ਸਮਾਪਤ ਆ. ਭੁੱਲਾਂ ਗਲਤੀਆਂ ਨਾ ਚਤਾਰਨੀਆਂ. ਇੱਥੇ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.